ਅੱਜ ਦੇ ਸਮੇਂ ਵਿੱਚ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਹਨ ਕਿ ਬਹੁਤ ਹੀ ਮੁਸ਼ਕਿਲ ਹੈ ਕਿ ਇਨਸਾਨ ਇਹਨਾਂ ਚਿੰਤਾ ਤੋਂ ਬਚ ਪਾਵੇ। ਬਹੁਤ ਹੀ ਘੱਟ ਲੋਕ ਐਵੇਂ ਦੇ ਹੋਣਗੇ ਜਿਨ੍ਹਾਂ ਨੂੰ ਕੋਈ ਵੀ ਚਿੰਤਾ ਨਹੀਂ ਹੋਵੇਗੀ। ਖੁਸ਼ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ। ਓਵਰ ਥਿੰਕਿੰਗ ਅਤੇ ਚਿੰਤਾ ਦੇ ਕਰਕੇ ਸਾਡੀ ਸਿਹਤ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸਲ ਵਿੱਚ ਕੀ ਤੁਹਾਨੂੰ ਪਤਾ ਹੈ ਕਿ ਚਿੰਤਾ ਹੁੰਦੀ ਕੀ ਹੈ? ਚਿੰਤਾ ਚਿਤਾ ਦੇ ਸਮਾਨ ਹੈ। ਚਿੰਤਾ ਤੁਹਾਡੇ ਮਨ ਦੀ ਸ਼ਾਂਤੀ, ਤੁਹਾਡੇ ਮਨ ਦੀ ਬੇਚੈਨੀ ਹੈ। ਇਹ ਸਿਰਫ 2 ਅੱਖਰਾਂ ਦਾ ਸ਼ਬਦ ਹੈ। ਚੱਚੇ ਤੋਂ ਚੈਨ ਖੋਣ ਵਾਲੀ, ਨੰਨੇ ਤੋਂ ਨਕਾਰਾਤਮਕ ਸੋਚ ਦੇਣ ਵਾਲੀ ਅਤੇ ਤੱਤੇ ਤੋਂ ਤਬਾਹੀ ਮਚਾਉਣ ਵਾਲੀ ਤੁਹਾਡੇ ਮਨ ਅਤੇ ਜ਼ਿੰਦਗੀ ਦੇ ਵਿੱਚ। ਕਿਸੇ ਇਨਸਾਨ ਦਾ ਇੱਕ ਵਾਰ ਮਰਨਾ ਬਹੁਤ ਆਸਾਨ ਹੈ, ਪਰ ਪਲ ਪਲ ਮਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੌਤ ਤੋਂ ਵੀ ਜ਼ਿਆਦਾ ਦੁੱਖ ਦੇਣ ਵਾਲੀ ਹੈ ਚਿੰਤਾ। ਕਦੀ ਤੁਸੀਂ ਗੌਰ ਕੀਤਾ ਹੈ ਕਿ ਚਿੰਤਾ ਕਰਕੇ ਤੁਸੀਂ ਕੁਝ ਬਦਲ ਨਹੀਂ ਪਾਉਂਦੇ ਹੋ, ਕੁਝ ਵੀ ਸੁਧਾਰ ਨਹੀਂ ਕਰ ਪਾਉਂਦੇ ਹੋ। ਜੇ ਤੁਸੀਂ ਹਰ ਸਮੇਂ ਖੁਸ਼ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮਨ ਹਰ ਚਿੰਤਾ ਤੋਂ ਮੁਕਤ ਹੋ ਜਾਵੇ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਜਿਨ੍ਹਾਂ ਹਾਲਾਤਾਂ ਨੂੰ ਬਦਲਣਾ ਚਾਹੁੰਦੇ ਹੋ, ਕੀ ਚਿੰਤਾ ਕਰਕੇ ਬਦਲ ਸਕਦੇ ਹੋ? ਜੇਕਰ ਚਿੰਤਾ ਕਰਕੇ ਨਹੀਂ ਬਦਲ ਸਕਦੇ ਹੋ ਤਾਂ ਚਿੰਤਾ ਕਰਨ ਦਾ ਕੀ ਫਾਇਦਾ? ਜੇ ਤੁਸੀਂ ਇਸ ਕਰਕੇ ਚਿੰਤਾ ਕਰਦੇ ਹੋ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਗਿਆ ਤੇ ਤੁਹਾਨੂੰ ਇਸ ਗੱਲ ਦਾ ਬਹੁਤ ਵੱਡਾ ਸਦਮਾ ਲੱਗਿਆ ਹੈ, ਤਾਂ ਕਿ ਸੋਚ ਕੇ ਕੁਝ ਠੀਕ ਹੋ ਜਾਵੇਗਾ? ਨਹੀਂ ਦੋਸਤੋ, ਸੋਚਣ ਨਾਲ ਕੁਝ ਵੀ ਠੀਕ ਨਹੀਂ ਹੋਵੇਗਾ, ਕਿਉਂਕਿ ਇਸ ਤਰ੍ਹਾਂ ਦੇ ਹਾਲਾਤਾਂ ਉੱਤੇ ਤੁਹਾਡਾ ਕੰਟਰੋਲ ਬਿਲਕੁਲ ਵੀ ਨਹੀਂ ਹੈ। ਤਾਂ ਕੀ ਫਾਇਦਾ ਚਿੰਤਾ ਕਰਨ ਦਾ? ਤੁਸੀਂ ਨਾ ਤਾਂ ਆਪਣੇ ਬੀਤੇ ਹੋਏ ਕੱਲ੍ਹ ਨੂੰ ਬਦਲ ਸਕਦੇ ਹੋ ਤੇ ਨਾ ਹੀ ਆਉਣ ਵਾਲੇ ਕੱਲ੍ਹ। ਸਿਰਫ ਚੰਗੀਆਂ ਆਦਤਾਂ ਦੇ ਨਾਲ ਆਉਣ ਵਾਲੇ ਕੱਲ੍ਹ ਦੇ ਵਿੱਚ ਬਦਲਾਵ ਕੀਤੇ ਜਾ ਸਕਦੇ ਹਨ। ਦੋਸਤੋ, ਹਾਲਾਤ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਣ, ਤੁਸੀਂ ਉਹਨਾਂ ਹਾਲਾਤਾਂ ਨੂੰ ਕਿਸ ਤਰੀਕੇ ਨਾਲ ਨਜਿੱਠਦੇ ਹੋ, ਗੱਲ ਸਿਰਫ ਇੰਨੀ ਧਿਆਨ ਦੇਣ ਵਾਲੀ ਹੈ। ਹਾਲਾਤ ਕਦੇ ਵੀ ਸਾਨੂੰ ਚਿੰਤਾ ਨਹੀਂ ਦਿੰਦੇ। ਅਸੀਂ ਹਾਲਾਤਾਂ ਨੂੰ ਕਿਵੇਂ ਲੈਂਦੇ ਹਾਂ, ਚਿੰਤਾ ਹਮੇਸ਼ਾ ਇਸੇ ਕਰਕੇ ਹੁੰਦੀ ਹੈ। ਕਈ ਲੋਕ ਕਦੇ ਕੋਈ ਬੁਰੀ ਖਬਰ ਸੁਣ ਲੈਂਦੇ ਹਨ ਕਿ ਕਿਸੇ ਨਾਲ ਕੁਝ ਗਲਤ ਹੋ ਗਿਆ, ਇਸ ਨਾਲ ਉਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਤੇ ਸਾਡੇ ਨਾਲ ਐਵੇਂ ਨਾ ਹੋ ਜਾਏ। ਕਈ ਵਾਰੀ ਸੋਚ ਕੇ ਵੀ ਅਸੀਂ ਨੈਗੇਟਿਵਿਟੀ ਨੂੰ ਆਪਣੇ ਘਰ ਲੈ ਆਉਂਦੇ ਹਾਂ। ਗਲਤ ਕੁਝ ਵੀ ਨਹੀਂ ਹੋਣ ਵਾਲਾ ਹੁੰਦਾ, ਪਰ ਅਸੀਂ ਬਾਰ-ਬਾਰ ਸੋਚ ਕੇ ਨੈਗੇਟਿਵਿਟੀ ਨੂੰ ਆਪਣੇ ਵੱਲ ਇੰਨਾ ਆਕਰਸ਼ਿਤ ਕਰ ਲੈਂਦੇ ਹਾਂ ਕਿ ਉਹ ਗਲਤ ਚੀਜ਼ ਸਾਡੇ ਨਾਲ ਵੀ ਹੋ ਜਾਂਦੀ ਹੈ। ਇੱਕ ਆਦਮੀ ਸੀ ਜੋ ਕਿ ਬਹੁਤ ਜ਼ਿਆਦਾ ਸੋਚਦਾ ਸੀ। ਉਸਦੇ ਘਰ ਵਾਲੇ ਜੋ ਵੀ ਉਸਨੂੰ ਕਹਿੰਦੇ ਸਨ, ਉਹਨਾਂ ਦੀ ਗੱਲਾਂ ਨੂੰ ਘੱਟ ਅਤੇ ਬਾਹਰਲੇ ਲੋਕਾਂ ਦੀਆਂ ਗੱਲਾਂ ਉੱਤੇ ਜ਼ਿਆਦਾ ਧਿਆਨ ਦਿੰਦਾ ਸੀ। ਉਸਨੂੰ ਜਿਵੇਂ ਕੋਈ ਕਹਿ ਦਿੰਦਾ, ਉਹ ਸੱਚ ਮੰਨ ਲੈਂਦਾ ਸੀ। ਉਸਦੀ ਪਤਨੀ ਨੇ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕੀਤੀ ਕਿ ਮੇਰੀ ਪਤਨੀ ਨੂੰ ਇਹ ਬਿਮਾਰੀ ਹੈ ਕਿ ਉਸਨੂੰ ਜੋ ਵੀ ਕੋਈ ਵੀ ਕੁਝ ਕਹਿ ਦੇਵੇ, ਉਹ ਉਦਾਂ ਦਾ ਹੀ ਸੋਚਣ ਲੱਗ ਪੈਂਦਾ ਹੈ। ਮੈਂ ਕੀ ਕਰਾਂ, ਬਹੁਤ ਪਰੇਸ਼ਾਨ ਹਾਂ। ਤੇ ਡਾਕਟਰ ਸਲਾਹ ਦਿੰਦਾ ਹੈ ਕਿ ਜਿਵੇਂ ਮੈਂ ਕਹਿੰਦਾ ਹਾਂ ਉੱਦਾਂ ਕਰੋ। ਜਦੋਂ ਤੁਹਾਡਾ ਪਤੀ ਸਵੇਰੇ ਉੱਠੇ ਤਾਂ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਅੱਜ ਤੁਸੀਂ ਬਹੁਤ ਬਿਮਾਰ ਲੱਗ ਰਹੇ ਹੋ। ਇਹੀ ਗੱਲਾਂ ਤੁਹਾਡੇ ਨੌਕਰ ਉਹਨਾਂ ਨੂੰ ਕਹਿਣ, ਇਹੀ ਗੱਲਾਂ ਤੁਹਾਡੇ ਕਾਰ ਦੇ ਡਰਾਈਵਰ ਉਹਨਾਂ ਨੂੰ ਬੋਲਣ, ਅਤੇ ਜਦੋਂ ਆਫਿਸ ਪਹੁੰਚ ਜਾਣ ਤੇ ਸਾਰਾ ਸਟਾਫ ਵੀ ਉਹਨਾਂ ਨੂੰ ਇਹੀ ਗੱਲ ਕਹੇ। ਅਗਲੇ ਦਿਨ ਉਹ ਠੀਕ ਐਵੇਂ ਹੀ ਕਰਦੀ ਹੈ। ਉਹ ਵਿਅਕਤੀ ਬਿਲਕੁਲ ਠੀਕ ਠਾਕ ਸੀ। ਉਹ ਸੂਟ ਬੂਟ ਪਾ ਕੇ ਆਪਣੇ ਕੰਮ ਨੂੰ ਨਿਕਲਣ ਲੱਗਦਾ ਹੈ ਤਾਂ ਪਤਨੀ ਬੋਲਦੀ ਹੈ, ਤੁਸੀਂ ਤਾਂ ਬਹੁਤ ਜ਼ਿਆਦਾ ਬਿਮਾਰ ਲੱਗ ਰਹੇ ਹੋ, ਤੁਸੀਂ ਤਾਂ ਬਿਲਕੁਲ ਵੀ ਠੀਕ ਨਹੀਂ ਲੱਗ ਰਹੇ, ਤੁਸੀਂ ਦਫ਼ਤਰ ਨਾ ਜਾਓ। ਉਹ ਬੰਦਾ ਕੁਝ ਸੋਚਣ ਲੱਗ ਜਾਂਦਾ ਹੈ, ਪਰ ਕਹਿੰਦਾ ਹੈ ਕਿ ਮੈਂ ਕੰਮ ਤੇ ਜਾਣਾ ਹੈ ਕਿਉਂਕਿ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਉਹ ਖਾਣਾ ਖਾਣ ਦੇ ਲਈ ਟੇਬਲ ਤੇ ਬੈਠਦਾ ਹੈ ਤੇ ਉਹਨਾਂ ਦਾ ਨੌਕਰ ਵੀ ਇਹੀ ਗੱਲ ਕਰਦਾ ਹੈ ਕਿ ਸਰ, ਤੁਸੀਂ ਅੱਜ ਬਿਮਾਰ ਤਾਂ ਨਹੀਂ ਹੋ, ਤੁਹਾਡੀ ਸਿਹਤ ਠੀਕ ਨਹੀਂ ਲੱਗ ਰਹੀ। ਉਹ ਬੰਦਾ ਫਿਰ ਕੁਝ ਨਾ ਕੁਝ ਸੋਚਣ ਲੱਗ ਜਾਂਦਾ ਹੈ, ਪਰ ਜਿਵੇਂ ਕਿ ਕੰਮ ਜ਼ਰੂਰੀ ਸੀ, ਉਸਨੂੰ ਜਾਣਾ ਪੈਂਦਾ ਹੈ। ਜਦੋਂ ਕਾਰ ਦੇ ਵਿੱਚ ਬੈਠਦਾ ਹੈ
ਤੇ ਕਾਰ ਦਾ ਡਰਾਈਵਰ ਵੀ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੈ ਕਿ ਸਰ ਅੱਜ ਤੁਹਾਡੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਲੱਗ ਰਹੀ। ਪਰ ਉਹ ਉਸ ਨੂੰ ਕਹਿੰਦਾ ਹੈ ਕਿ ਮੇਰਾ ਜਾਣਾ ਬਹੁਤ ਜ਼ਰੂਰੀ ਹੈ, ਮੈਨੂੰ ਆਫਿਸ ਵੱਲ ਲੈ ਕੇ ਜਾ। ਜਦੋਂ ਉਹ ਆਫਿਸ ਪਹੁੰਚ ਜਾਂਦਾ ਹੈ ਤੇ ਆਫਿਸ ਦਾ ਸਟਾਫ ਵੀ ਉਸ ਨੂੰ ਇਹ ਗੱਲ ਕਹਿੰਦਾ ਹੈ ਕਿ ਸਰ ਤੁਸੀਂ ਇੰਨੇ ਬਿਮਾਰ ਹੋਣ ਦੇ ਬਾਵਜੂਦ ਆਫਿਸ ਕਿਉਂ ਆ ਗਏ, ਤੁਹਾਨੂੰ ਘਰ ਆਰਾਮ ਕਰਨਾ ਚਾਹੀਦਾ ਸੀ। ਉਹ ਚੁੱਪਚਾਪ ਆਪਣੇ ਕੈਬਿਨ ਵਿੱਚ ਚਲਾ ਜਾਂਦਾ ਹੈ। ਹੁਣ ਉਸ ਦੀ ਚਿੰਤਾ ਬਹੁਤ ਵੱਧ ਜਾਂਦੀ ਹੈ। ਕੁਝ ਸਮੇਂ ਬਾਅਦ ਉਸ ਨੂੰ ਘਬਰਾਹਟ ਮਹਿਸੂਸ ਹੋਣ ਲੱਗ ਪੈਂਦੀ ਹੈ ਅਤੇ ਆਪਣੇ ਕੈਬਿਨ ਵਿੱਚੋਂ ਨਿਕਲਣ ਲੱਗਦਾ ਹੈ ਤਾਂ ਜ਼ਮੀਨ ਉੱਤੇ ਡਿੱਗ ਪੈਂਦਾ ਹੈ। ਆਫਿਸ ਦੇ ਕਰਮਚਾਰੀ ਉਸ ਨੂੰ ਘਰ ਛੱਡ ਕੇ ਆਉਂਦੇ ਹਨ। ਜਦ ਉਹ ਹੋਸ਼ ਵਿੱਚ ਆਉਂਦਾ ਹੈ ਤਾਂ ਡਾਕਟਰ ਅਤੇ ਬਾਕੀ ਪਰਿਵਾਰ ਉਸ ਦੇ ਸਾਹਮਣੇ ਬੈਠਾ ਹੋਇਆ ਸੀ। ਉਹ ਡਾਕਟਰ ਨੂੰ ਪੁੱਛਦਾ ਹੈ ਕਿ ਮੈਨੂੰ ਅੱਜ ਸਵੇਰ ਤੋਂ ਹੀ ਠੀਕ ਮਹਿਸੂਸ ਨਹੀਂ ਹੋ ਰਿਹਾ ਸੀ। ਤਾਂ ਡਾਕਟਰ ਸਾਹਿਬ ਉਹਨਾਂ ਨੂੰ ਦੱਸਦੇ ਹਨ ਕਿ ਤੁਹਾਨੂੰ ਕੁਝ ਨਹੀਂ ਹੋਇਆ ਸੀ। ਜਦ ਸਾਰਿਆਂ ਨੇ ਤੁਹਾਨੂੰ ਇਹ ਕਿਹਾ ਕਿ ਤੁਸੀਂ ਠੀਕ ਨਹੀਂ ਲੱਗ ਰਹੇ, ਪਰ ਤੁਸੀਂ ਬਿਲਕੁਲ ਠੀਕ ਠਾਕ ਸੀ। ਤੁਸੀਂ ਆਪਣੇ ਮਨ ਦੀ ਨਹੀਂ ਸੁਣੀ ਅਤੇ ਬਾਕੀ ਲੋਕਾਂ ਦੇ ਕਹਿਣ ਦੇ ਨਾਲ ਨੈਗੇਟਿਵ એનર્ਜੀ ਨੂੰ ਅਟਰੈਕਟ ਕੀਤਾ ਅਤੇ ਸੋਚ ਕੇ ਹੀ ਬਿਮਾਰ ਹੋ ਗਏ। ਫਿਰ ਡਾਕਟਰ ਨੇ ਉਹਨਾਂ ਸਾਰੇ ਲੋਕਾਂ ਨੂੰ ਬੁਲਾਇਆ ਅਤੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਜਦੋਂ ਉਸਨੇ ਇਹ ਸਾਰੀ ਗੱਲ ਸੁਣੀ ਤਾਂ ਉਹ ਬਹੁਤ ਹੈਰਾਨ ਹੋ ਗਿਆ ਕਿ ਇਹਨਾਂ ਲੋਕਾਂ ਨੇ ਜੋ ਝੂਠ ਮੇਰੇ ਮਨ ਦੇ ਵਿੱਚ ਪਾਇਆ, ਮੈਂ ਉਸ ਨੂੰ ਸੱਚ ਮੰਨ ਲਿਆ। ਜੋ ਗੱਲਾਂ ਮੈਂ ਸੁਣਦਾ ਰਹਿੰਦਾ ਹਾਂ, ਉਹਨਾਂ ਨਾਲ ਮੈਂ ਚਿੰਤਾ ਕਰਦਾ ਰਹਿੰਦਾ ਹਾਂ ਅਤੇ ਇਸੇ ਵਜ੍ਹਾ ਨਾਲ ਮੈਂ ਹਮੇਸ਼ਾ ਹੀ ਇੱਕ ਡਰ ਦੇ ਮਾਹੌਲ ਦੇ ਵਿੱਚ ਰਹਿੰਦਾ ਹਾਂ। ਇਹਨਾਂ ਗੱਲਾਂ ਦੇ ਨਾਲ ਹੀ ਮੈਨੂੰ ਹਮੇਸ਼ਾ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਪਤਾ ਹੈ ਕਿਸ ਦੀ ਕਹਾਣੀ ਹੈ? ਇਹ ਕਹਾਣੀ ਸਾਡੇ ਸਾਰਿਆਂ ਦੀ ਹੈ। ਕੁਝ ਸੁਣ ਲੈਂਦੇ ਹਾਂ ਤਾਂ ਚਿੰਤਾ ਕਰਨ ਲੱਗ ਜਾਂਦੇ ਹਾਂ, ਕੁਝ ਦੇਖ ਲੈਂਦੇ ਹਾਂ ਤਾਂ ਡਰ ਦੇ ਵਿੱਚ ਆ ਜਾਂਦੇ ਹਾਂ। ਸਾਡਾ ਡਰ ਅਤੇ ਚਿੰਤਾ ਸਹੀ ਨਹੀਂ ਹੈ। ਜੇ ਅਸੀਂ ਇੰਨੀ ਕੁ ਗੱਲ ਨੂੰ ਸਮਝ ਲਈਏ ਕਿ ਜਿਸ ਬਾਰੇ ਅਸੀਂ ਚਿੰਤਾ ਕਰ ਰਹੇ ਹਾਂ, ਜਿੰਨਾ ਜ਼ਿਆਦਾ ਸੋਚ ਰਹੇ ਹਾਂ, ਉਹ ਸੱਚ ਨਹੀਂ ਹੈ, ਨਾ ਹੀ ਉਹ ਸੱਚ ਹੋਣ ਵਾਲਾ ਹੈ। ਜੋ ਹੋਇਆ ਹੀ ਨਹੀਂ ਹੈ ਉਸ ਨੂੰ ਸੋਚ ਕੇ ਕਿਉਂ ਚਿੰਤਾ ਕਰਨੀ, ਅਤੇ ਜੋ ਗੁਜ਼ਰ ਚੁੱਕਾ ਹੈ ਉਸ ਬਾਰੇ ਕਿਉਂ ਸੋਚਣਾ। ਕਿਸੇ ਵੀ ਹਾਲਤ ਵਿੱਚ ਚਿੰਤਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਹੀਂ ਦੇ ਸਕਦੀ, ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨਹੀਂ ਦੇ ਸਕਦੀ। ਇਸ ਲਈ ਅੱਜ ਤੋਂ ਹੀ ਅਸੀਂ ਆਪਣੇ ਮਨ ਵਿੱਚ ਇੱਕ ਫੈਸਲਾ ਕਰ ਲਈਏ ਕਿ ਚਾਹੇ ਜੋ ਕੁਝ ਵੀ ਹੋ ਜਾਵੇ, ਹਾਲਾਤ ਕਿਹੋ ਜਿਹੇ ਵੀ ਹੋਣ, ਮੈਂ ਉਹਨਾਂ ਦਾ ਡਟ ਕੇ ਸਾਹਮਣਾ ਕਰਾਂਗਾ। ਚਿੰਤਾ ਕਰਨ ਨਾਲ ਕੁਝ ਨਹੀਂ ਬਦਲੇਗਾ। ਜੋ ਬਦਲੇਗਾ ਤੁਹਾਡੇ ਕਰਮ ਕਰਨ ਨਾਲ ਬਦਲੇਗਾ, ਤੁਹਾਡੇ ਕਰਮ ਕਰਨ ਨਾਲ ਬਦਲੇਗਾ, ਤੁਹਾਡੇ ਕਰਮ ਕਰਨ ਨਾਲ ਬਦਲੇਗਾ।